जी हेलो एवरीवन बेटे ਆਪਾਂ ਇਸ ਤੋਂ ਪ੍ਰੀਵੀਅਸ ਲੈਕਚਰਸ ਦੇ ਵਿੱਚ ਵਰਕ ਡਨ ਔਰ ਐਕਸਲਰੇਸ਼ਨਸ ਦੀਆਂ ਡਿਫਰੈਂਟ ਕੇਸਿਸ ਦੇ ਵਿੱਚ ਵੈਲਿਊਜ਼ ਫਾਈਂਡ ਕੀਤੀਆਂ ਸੀ ਔਰ ਅੱਜ ਦਾ ਆਪਣਾ ਟੌਪਿਕ ਬੇਟੇ ਬਹੁਤ ਇੰਪੋਰਟੈਂਟ ਟੌਪਿਕ ਹੈ 5 ਮਾਰਕ ਕੁਐਸਚਨਸ ਲਈ ਔਰ 3 ਮਾਰਕ ਕੁਐਸਚਨਸ ਦੇ ਵਿੱਚ ਜਨਰਲੀ ਤੁਸੀਂ ਇਹ ਕੁਐਸਚਨ ਨੂੰ ਦੇਖੋਗੇ ਤਾਂ ਕੁਐਸਚਨ ਕੀ ਹੈ ਬੇਟਾ ਫ੍ਰਿਕਸ਼ਨ ਇਜ਼ ਨੈਸੈਸਰੀ ਈਵਲ ਕਹਿੰਦਾ ਕਿ ਜਿਹੜਾ ਫ੍ਰਿਕਸ਼ਨ ਹੈ ਉਹ ਇੱਕ ਹੈਗਾ ਤਾਂ ਈਵਲ ਹੈ ਫਿਰ ਵੀ ਸਾਡੇ ਲਈ ਨੈਸੈਸਰੀ ਹੈ ਕਿਵੇਂ ਤਾਂ ਬੇਟਾ ਜਿਹੜਾ ਫ੍ਰਿਕਸ਼ਨ ਹੈ ਇਜ਼ ਐਨ ਇੰਪੋਰਟੈਂਟ for to exist as anything else. As we know that excess of everything is bad, similarly friction beyond a certain limit is harmful. Since friction useful as well as harmful, therefore friction is said to be necessary evil. ਤਾਂ ਇਸ ਦੇ ਵਿੱਚ ਕੀ ਕਹਿ ਰਹੇ ਬੇਟੇ ਕਿ ਹਰ ਚੀਜ਼ ਦਾ ਜਿਹੜੀ ਐਕਸੈਸ ਹੈ ਬੇਟੇ ਉਹ ਹਾਰਮਫੁਲ ਹੁੰਦੀ ਹੈ ਤਾਂ ਸਿਮਿਲਰਲੀ ਬੇਟਾ ਜੋ ਫ੍ਰਿਕਸ਼ਨ ਦੀ ਵੈਲਿਊ ਹੈ ਅਗਰ ਉਹ ਬਿਯੋਂਡ ਅ ਲਿਮਿਟ ਹੋਊਗੀ ਤਾਂ ਉਹ ਹਾਰਮਫੁਲ ਹੋਊਗੀ ਇਸ ਕਰਕੇ ਬੇਟੇ ਕਿਤੇ ਨਾ ਕਿਤੇ ਜਿਹੜਾ ਫ੍ਰਿਕਸ਼ਨ ਹੈ ਸਾਡੇ ਲਈ ਯੂਜ਼ਫੁਲ ਵੀ ਹੈ ਔਰ ਹਾਰਮਫੁਲ ਵੀ ਹੈ ਇਸ ਕਰਕੇ ਆਪਾਂ ਉਸ ਨੂੰ ਬੋਲਦੇ ਹਾਂ ਕਿ ਜਿਹੜਾ ਫ੍ਰਿਕਸ਼ਨ ਹੈ ਉਹ ਕੀ ਹੈ ਇੱਕ ਨੈਸੈਸਰੀ ਈਵਲ ਹੈ ਹੁਣ ਆਪਾਂ ਉਸ ਨੂੰ ਦੱਸਾਂਗੇ ਕਿ ਨੈਸੈਸਰੀ ਹਾਰਮਫੁਲ ਔਰ ਯੂਜ਼ਫੁਲ ਕਿਵੇਂ ਹੈ ਤਾਂ ਬੇਟਾ ਸਭ ਤੋਂ ਪਹਿਲਾਂ ਆਪਾਂ ਇਹਦੇ ਯੂਜ਼ਫੁਲ ਵੇਜ਼ ਨੂੰ ਦੇਖਾਂਗੇ ਯੂਜ਼ਫੁਲ ਆਸਪੈਕਟ ਦੇਖਾਂਗੇ ਕਿ ਕਿਵੇਂ ਇਹ ਸਾਡੇ ਲਈ ਯੂਜ਼ਫੁਲ ਹੈ ਤਾਂ ਬੇਟਾ ਫ੍ਰਿਕਸ਼ਨ ਫਸਟ ਕੀ ਹੈ ਫ੍ਰਿਕਸ਼ਨ ਹੈਲਪਸ ਅਸ ਇਨ ਵਾਕਿੰਗ ਐਂਡ ਟਰਨਿੰਗ ਬੇਟੇ ਆਪਾਂ ਇਸ ਤੋਂ ਪਹਿਲੇ ਪ੍ਰੀਵੀਅਸ ਲੈਕਚਰਸ ਦੇ ਵਿੱਚ ਵੀ ਫ੍ਰਿਕਸ਼ਨ ਦੇ ਕਨਸੈਪਟ ਜਦੋਂ ਆਪਾਂ ਕੀਤਾ ਸੀ ਉਸ ਦੇ ਵਿੱਚ ਮੈਂ ਡਿਸਕਸ ਕੀਤਾ ਸੀ ਕਿ ਬੇਟਾ ਜੋ ਫ੍ਰਿਕਸ਼ਨ ਹੈ ਉਸ ਦੇ ਆਪਾਂ ਕਾਜ਼ਸ ਵੀ ਕੀਤੇ ਸੀ ਇੱਕ ਮਾਡਰਨ ਵਿਊ ਕੀਤਾ ਸੀ ਇੱਕ 올ਡ ਵਿਊ ਕੀਤਾ ਸੀਗਾ ਜਿਨ੍ਹਾਂ ਨੇ ਬੇਟਾ ਉਹ ਵੀਡੀਓ ਨਹੀਂ ਦੇਖਿਆ ਤਾਂ ਉਹ ਦੇਖ ਸਕਦਾ ਹੈ ਤਾਂ ਉਸ ਦੇ ਵਿੱਚ ਆਪਾਂ ਕਿਹਾ ਸੀਗਾ ਬੇਟੇ ਅਕੋਰਡਿੰਗ ਟੂ ओल्ड व्यू उसने कहा सी कि इंटरलॉकिंग है अप्स एंड डाउनस बिटवीन टू सरफेसिज ऑफ बॉडी और सैकेंड जो मॉडर्न व्यू से उसके कहा सीगा कि दोनों बॉडी के सरफेसिज के मॉलीक्यूलर बॉन्ड्स फॉर्म हो जाते हैं फॉर्मेशन होंगी है तो वो की बेटो एक दूजे नाल अट्रैक्ट करते हैं एक बॉन्ड बन जाता है उन्होंने देख करके हुण बेटे अगर एक चीज़ को आप पकड़ के रखांगे तो उसनू मूव करना की है औखा है ਤਾਂ ਫ੍ਰਿਕਸ਼ਨ ਕੀ ਸੀਗਾ ਇੱਕ ਅਪੋਜ਼ਿੰਗ ਫੋਰਸ ਸੀਗਾ ਜਿਹੜਾ ਰਿਲੇਟਿਵ ਮੋਸ਼ਨ ਨੂੰ ਅਪੋਜ਼ ਕਰਦਾ ਸੀ ਤਾਂ ਬੇਟੇ ਹੁਣ ਸਪੋਜ਼ ਕਰ ਲਓ ਆਪਣੀ ਸਿੰਪਲ ਵਾਲੇ ਜੋ ਆਪਾਂ ਮਾਰਬਲ ਸਟੋਨ ਯੂਜ਼ ਕਰਦੇ ਹਾਂ ਔਰ ਅੱਜ ਦੀਆਂ ਫਲੋਰ ਟਾਈਲਸ ਨੇ ਤਾਂ ਦੋਨਾਂ ਦੇ ਵਿੱਚ ਕੀ ਫਰਕ ਹੈ ਬੇਟੇ ਜਿਹੜਾ ਸਾਡੀਆਂ ਅੱਜ ਵਾਲੀਆਂ ਫਲੋਰ ਟਾਈਲਸ ਨੇ ਉਹ ਕੀ ਨੇ ਸਮੂਥ ਨੇ ਪੋਲਿਸ਼ਡ ਨੇ ਤਾਂ ਉਹਨਾਂ ਦੇ ਵਿੱਚ ਅਪਸ ਐਂਡ ਡਾਊਨ ਵੀ ਨਹੀਂ ਹੈਗੇ ਅਗਰ ਆਪਾਂ ਆਪਣਾ 올ਡ ਵਿਊ ਦੇ ਕਨਸੈਪਟ ਦੇ ਨਾਲ ਦੇਖੀਏ ਤਾਂ ਇਹਦਾ ਮਤਲਬ ਕੀ ਹੈ ਬੇਟੇ ਇਸ ਕੇਸ ਦੇ ਵਿੱਚ ਅਗਰ ਅਸੀਂ ਆਪਣੇ ਫੁੱਟਵੀਅਰ ਦੀ ਸੋਲ ਦੀ ਔਰ ਆਪਣੇ ਫਲੋਰ ਦੀ ਦੋਨਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਮੋਲੀਕੂਲਰ ਬੌਂਡ ਦੀ ਫਾਰਮੇਸ਼ਨ ਹੈ ਬੇਟੇ ਉਹ ਘੱਟ ਹੁੰਦੀ ਹੈ ਤਾਂ ਜਿੰਨਾ ਤੱਕ ਉਹ ਪਕੜ ਨਹੀਂ ਕਰੂਗਾ ਤਾਂ ਸਾਨੂੰ ਸਲਿਪਰੀ ਫੀਲ ਹੋਊਗਾ ਤਾਂ ਇਸ ਕਰਕੇ ਬੇਟੇ ਉਸਨੇ ਕਿਹਾ ਕਿ ਜਿਹੜਾ ਫ੍ਰਿਕਸ਼ਨ ਹੈ ਉਹ ਸਾਨੂੰ ਹੈਲਪ ਕਰਦਾ ਹੈ ਵਾਕ ਕਰਨ ਦੇ ਵਿੱਚ ਟਰਨ ਕਰਨ ਦੇ ਵਿੱਚ ਸਿਮਿਲਰਲੀ ਬੇਟਾ ਸਪੀਡ ਆਫ ਵਹੀਕਲਸ ਕੈਨ ਬੀ ਕੰਟਰੋਲਡ ਓਨਲੀ ਡਿਊ ਟੂ ਫ੍ਰਿਕਸ਼ਨ ਤਾਂ ਹੁਣ ਇਸ ਦੇ ਵਿੱਚ ਵੀ ਕੀ ਹੈ ਬੇਟਾ ਜਦੋਂ ਵਹੀਕਲਸ ਨੇ ਉਹਨਾਂ ਦੀ ਸਪੀਡ ਨੂੰ ਕੰਟਰੋਲ ਕਰਨਾ ਤਾਂ ਉਹ ਓਨਲੀ ਫ੍ਰਿਕਸ਼ਨ ਕਰਕੇ ਹੁੰਦੀ ਹੈ ਜਦੋਂ ਆਪਾਂ ਬ੍ਰੇਕਸ ਨੂੰ ਅਪਲਾਈ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੈ ਬੇਟੇ ਫ੍ਰਿਕਸ਼ਨ ਹੈ ਜਿਹੜਾ ਉਹ ਜ਼ਿਆਦਾ ਪ੍ਰੋਡਿਊਸ ਹੁੰਦਾ ਸਮਟਾਈਮਸ ਤੁਸੀਂ ਦੇਖਿਆ ਹੋਣਾ ਕਿ ਥੋੜ੍ਹੀ ਜਿਹੀ ਹੀਟ ਦੇ ਮਤਲਬ ਲਾਈਟ ਦੇ ਸਪਾਰਕ ਵੀ ਤੁਸੀਂ ਦੇਖਦੇ ਹੋ ਉਸ ਚੰਗਾੜੀ ਟਾਈਪ ਨਿਕਲਦਾ ਕਿਉਂ ਨਿਕਲਦਾ ਬੇਟੇ ਉੱਥੇ ਐਕਸੈਸ ਫ੍ਰਿਕਸ਼ਨ ਹੋ ਜਾਂਦਾ ਹੈ ਅਤੇ ਉਹ ਕਨਵਰਟ ਕਿਹਦੇ ਵਿੱਚ ਹੋ ਜਾਂਦਾ ਬੇਟੇ ਹੀਟ ਤੋਂ ਬਾਅਦ ਉਹ ਲਾਈਟ ਐਨਰਜੀ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਤਾਂ ਇਸ ਕਰਕੇ ਉਸਨੇ ਕਿਹਾ ਕਿ ਸਪੀਡ ਆਫ ਵਹੀਕਲਸ ਨੂੰ ਵੀ ਆਪਾਂ ਕੰਟਰੋਲ ਕਰਾਂਗੇ ਡਿਊ ਟੂ ਫ੍ਰਿਕਸ਼ਨ ਕਰਕੇ ਵਿਦਆਊਟ ਫ੍ਰਿਕਸ਼ਨ ਵੀ ਕੈਨ ਨਾਟ ਰਾਈਟ ਹੈ ਬੇਟੇ ਹੁਣ ਦੇਖੋ ਰਾਈਟ ਕਰਨ ਦੇ ਲਈ ਤੁਸੀਂ ਪੈਨ ਨੂੰ ਹੋਲਡ ਕਰਦੇ ਹੋ ਆਪਣੇ ਫਿੰਗਰਸ ਦੇ ਵਿੱਚ ਹੁਣ ਬੇਟਾ ਜੇ ਉਹੀ ਫਿੰਗਰਸ ਉਸਨੂੰ ਹੋਲਡ ਨਹੀਂ ਕਰ ਪਾਉਣਗੀਆਂ ਹੁਣ ਅਗਰ ਆਪਾਂ ਆਪਣੇ ਫਿੰਗਰਸ ਨੂੰ ਦੇਖੀਏ ਤਾਂ ਬੇਟੇ ਉਸਦਾ ਜਿਹੜਾ ਸਰਫੇਸ ਹੈ ਉਹ ਪਲੇਨ ਸਮੂਥ ਤਾਂ ਨਹੀਂ ਹੈ ਥੋੜ੍ਹਾ ਰਫ ਸਰਫੇਸ ਹੈ ਤਾਂ ਸਾਡੇ ਪੈਨ ਦਾ ਸਾਡੇ ਉਸ ਸਰਫੇਸ ਦੇ ਨਾਲ ਬੇਟੇ ਇੱਕ ਬੌਂਡਿੰਗ ਕ੍ਰੀਏਟ ਹੋ ਜਾਂਦੀ ਹੈ ਜਿਸ ਕਰਕੇ ਜਿਹੜਾ ਪੈਨ ਹੈ ਬੇਟੇ ਸਾਡੇ ਹੱਥ ਦੇ ਵਿੱਚੋਂ ਸਾਡੇ ਹੈਂਡਸ ਦੇ ਵਿੱਚੋਂ ਸਲਿੱਪ ਨਹੀਂ ਕਰਦਾ ਤਾਂ ਵਿਦਆਊਟ ਫ੍ਰਿਕਸ਼ਨ ਅਸੀਂ ਲਿਖ ਵੀ ਨਹੀਂ ਪਾਵਾਂਗੇ ਫ੍ਰਿਕਸ਼ਨ ਹੈਲਪਸ ਅਸ ਇਨ ਅਪਲਾਈਂਗ ਬ੍ਰੇਕਸ ਅਪਲਾਈ ਕਰਦੇ ਹਾਂ ਬ੍ਰੇਕਸ ਉਦੋਂ ਵੀ ਸਾਨੂੰ ਫ੍ਰਿਕਸ਼ਨ ਹੈਲਪ ਕਰਦਾ ਬੇਟੇ ਫ੍ਰਿਕਸ਼ਨ ਹੈਲਪ ਕਰਦਾ ਕਿਸੇ ਵੀ ਚੀਜ਼ ਨੂੰ ਆਪਣੇ ਹੈਂਡਸ ਦੇ ਵਿੱਚ ਹੋਲਡ ਕਰਨ ਦੇ ਲਈ ਵਿਦਆਊਟ ਫ੍ਰਿਕਸ਼ਨ ਨੋਟ ਕੈਨ ਨੋਟ ਬੀ ਟਾਈਡ ਬੇਟੇ ਕੋਈ ਵੀ ਗੱਠ ਨੂੰ ਬੰਨਣਾ ਠੀਕ ਹੈ ਨੋਟ ਕੀ ਹੁੰਦੀ ਹੈ ਬੇਟੇ ਕੋਈ ਵੀ ਗੱਠ ਹੈ ਵਿਦਆਊਟ ਫ੍ਰਿਕਸ਼ਨ ਉਹ ਵੀ ਪੋਸੀਬਲ ਨਹੀਂ ਤੁਸੀਂ ਦੇਖਿਆ ਹੋਊਗਾ ਬੇਟਾ ਅਗਰ ਤੁਸੀਂ ਕੋਈ ਵੀ ਸਿੰਥੈਟਿਕ ਥਰੈਡ ਲੈਂਦੇ ਹੋ ਬੇਟੇ ਜਦੋਂ ਉਸ ਸਿੰਥੈਟਿਕ ਥਰੈਡ ਦਾ ਤੁਸੀਂ ਨੋਟ ਬਣਾਓਗੇ ਇੱਕ ਗੱਠ ਬਣੋਗੇ ਤਾਂ ਤੁਸੀਂ ਜਨਰਲੀ ਦੇਖਦੇ ਹੋ ਬੇਟਾ ਉਹ ਛੇਤੀ ਖੁੱਲ੍ਹ ਜਾਂਦੀ ਹੈ ਕਿਉਂ ਖੁੱਲ੍ਹ ਜਾਂਦੀ ਹੈ ਕਿਉਂਕਿ ਬੇਟੇ ਉਸ ਕੇਸ ਦੇ ਵਿੱਚ ਜੋ ਫ੍ਰਿਕਸ਼ਨ ਦੀ ਵੈਲਿਊ ਹੈ ਉਹ ਘੱਟ ਹੈ ਤਾਂ ਫ੍ਰਿਕਸ਼ਨ ਕੀ ਹੈ ਬੇਟੇ ਜਕੜ ਕੇ ਰੱਖਦੀ ਹੈ ਅਪੋਜ਼ ਕਰਦੀ ਹੈ ਮੋਸ਼ਨ ਨੂੰ ਵਿਦਆਊਟ ਨੇਲਸ ਕੈਨ ਨਾਟ ਬੀ ਫਿਕਸਡ ਇਨ ਵੁੱਡ ਤਾਂ ਸਿਮਿਲਰਲੀ ਬੇਟੇ ਨੇਲਸ ਕੀ ਹੁੰਦੀਆਂ ਨੇ ਤੁਹਾਡੀਆਂ ਮੇਖਾਂ ਹੁੰਦੀਆਂ ਨੇ ਉਹ ਵੀ ਕੀ ਹੈ ਡਿਊ ਟੂ ਫ੍ਰਿਕਸ਼ਨ ਕਰਕੇ ਤੁਸੀਂ ਵੁੱਡ ਦੇ ਵਿੱਚ ਉਸਨੂੰ ਕੀ ਕਰਦੇ ਹੋ ਫਿਕਸ ਕਰ ਸਕਦੇ ਹੋ
ਸਿਮਿਲਰਲੀ ਬੇਟੇ ਹੁਣ ਆਪਾਂ ਕਰਾਂਗੇ ਉਸ ਦਾ ਡਿਸਐਡਵਾਂਟੇਜ ਜੋ ਹਾਰਮਫੁਲ ਆਸਪੈਕਟ ਹੈ ਉਸ ਨੂੰ ਡਿਸਕਸ ਕਰਾਂਗੇ, ਜਿਸ ਕਰਕੇ ਆਪਾਂ ਨੈਸੈਸਰੀ ਈਵਲ ਬੋਲਦੇ ਹਾਂ। ਕਹਿੰਦਾ ਕਿ ਡਿਊ ਟੂ ਐਕਸੈਸ ਫ੍ਰਿਕਸ਼ਨ ਬੇਟਾ ਇਟ ਡੀਫਾਰਮਸ ਅ ਕੰਪੋਨੈਂਟ ਆਫ ਮਸ਼ੀਨ। ਬੇਟੇ ਹੁਣ ਤੁਹਾਨੂੰ ਕਿਹਾ ਕਿ ਜਦੋਂ ਫ੍ਰਿਕਸ਼ਨ ਜ਼ਿਆਦਾ ਹੋ ਜਾਊਗਾ ਹੀਟ ਪ੍ਰੋਡਿਊਸ ਹੋਊਗੀ, ਤਾਂ ਇਸ ਕਰਕੇ ਬੇਟੇ ਜੋ ਮਸ਼ੀਨ ਦੇ ਕੰਪੋਨੈਂਟਸ ਨੇ ਉਹ ਆਪਣੀ ਫੋਰਮੇਸ਼ਨ ਤੋਂ ਕੀ ਹੈ ਚੇਂਜ ਹੋਣਾ ਸ਼ੁਰੂ ਹੋ ਜਾਣਗੇ। ਡੀਫਾਰਮ ਦਾ ਮਤਲਬ ਕਿ ਆਪਣੀ ਜੋ ਉਹਦੀ ਓਰੀਜਨਲ ਸ਼ੇਪ ਸੀ ਉਸ ਤੋਂ ਚੇਂਜ ਹੋਣਾ ਸ਼ੁਰੂ ਹੋ ਜਾਊਗਾ। ਜੋ ਬੇਟੇ ਹੁਣ ਫ੍ਰਿਕਸ਼ਨ ਹੈ ਉਹ ਰਿਡਿਊਸ ਕਰੂਗਾ ਐਫੀਸ਼ੀਐਂਸੀ ਆਫ ਮਸ਼ੀਨ। ਹੁਣ ਬੇਟੇ ਓਬਵੀਅਸ ਹੈ, ਜੇ ਇੱਕ ਮਸ਼ੀਨ ਦੇ ਜੋ ਪਾਰਟਸ ਦੀ ਸ਼ੇਪ ਸੀਗੀ ਉਸ ਦੇ ਉੱਤੇ ਉਹ ਵਰਕ ਕਰ ਰਹੇ ਸੀ, ਅਗਰ ਉਹਨਾਂ ਦਾ ਚੇਂਜ ਹੋਣਾ ਸ਼ੁਰੂ ਹੋ ਜਾਊਗਾ ਤਾਂ ਜੋ ਵੀ ਤੁਸੀਂ ਮਸ਼ੀਨ ਦੇ ਨਾਲ ਕਿਸੇ ਵੀ ਅਪਲਾਈੰਸ ਦੇ ਨਾਲ ਕੰਮ ਕਰ ਰਹੇ ਸੀ ਉਹਦੀ ਐਫੀਸ਼ੀਐਂਸੀ ਰਿਡਿਊਸ ਹੋ ਜੂਗੀ। ਥਰਡ ਕੀ ਹੈ ਬੇਟੇ, ਲਾਸ ਆਫ એનર્ਜੀ ਇਨ ਦ ਫਾਰਮ ਆਫ ਹੀਟ। ਬੇਟੇ ਜਦੋਂ ਐਕਸੈਸ ਫ੍ਰਿਕਸ਼ਨ ਹੁੰਦਾ ਤਾਂ ਹੀਟ ਪ੍ਰੋਡਿਊਸ ਹੁੰਦੀ ਹੈ ਤਾਂ ਉਹ એનર્ਜੀ ਬੇਟਾ ਵੇਸਟ ਹੋਣਾ ਸ਼ੁਰੂ ਹੋ ਜਾਂਦੀ ਹੈ। ਫ੍ਰਿਕਸ਼ਨ ਕਾਜ਼ ਵੀਅਰ ਐਂਡ ਟੀਅਰ ਡਿਊ ਟੂ ਵਿਚ ਲਾਈਫ ਆਫ ਮਸ਼ੀਨ ਗੈਟ ਰਿਡਿਊਸ। ਬੇਟੇ ਫ੍ਰਿਕਸ਼ਨ ਕਰਕੇ ਕੀ ਹੈ, ਵੀਅਰ ਟੀਅਰ ਮਸ਼ੀਨਸ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਰਕੇ ਮਸ਼ੀਨ ਦੀ ਜਿਹੜੀ ਲਾਈਫ ਹੈ ਬੇਟੇ ਉਹ ਕੀ ਹੈ ਰਿਡਿਊਸ ਹੋ ਜਾਂਦੀ ਹੈ। ਹੁਣ ਨੈਕਸਟ ਆਪਾਂ ਡਿਸਕਸ ਕਰਾਂਗੇ ਬੇਟੇ ਵੇਰੀਅਸ ਮੈਥਡ ਟੂ ਰਿਡਿਊਸ ਆ ਫ੍ਰਿਕਸ਼ਨ। ਤਾਂ ਸਭ ਤੋਂ ਫਸਟ ਮੈਥਡ ਕੀ ਹੈ ਬੇਟਾ, ਹੁਣ ਦੇਖੋ ਉਸ ਕੇਸ ਦੇ ਵਿੱਚ ਜਦੋਂ ਸਾਡੇ ਕੋਲ ਕੀ ਹੈ ਬੇਟੇ ਫ੍ਰਿਕਸ਼ਨ ਜ਼ਿਆਦਾ ਉਸ ਨੂੰ ਰਿਡਿਊਸ ਕਰਨਾ ਹੈ, ਤਾਂ ਫਸਟ ਕੇਸ ਕੀ ਆਊਗਾ ਰਾਜੇ, ਬਾਈ ਪੋਲਿਸ਼ਿੰਗ। ਜਦੋਂ ਆਪਾਂ ਕਿਸੇ ਵੀ ਸਰਫੇਸ ਨੂੰ ਪੋਲਿਸ਼ ਕਰ ਦਾਂਗੇ ਤਾਂ ਉਹ ਸਮੂਥ ਹੋ ਜੂਗੀ ਬੇਟੇ, ਉਸ ਦੇ ਵਿੱਚ ਅਪਸ ਐਂਡ ਡਾਊਨਸ ਜਿਹੜੇ ਨੇ ਉਹ ਰਿਡਿਊਸ ਹੋ ਜਾਣਗੇ, ਇਸ ਕਰਕੇ ਜਿਹੜੀ ਫ੍ਰਿਕਸ਼ਨ ਦੀ ਵੈਲਿਊ ਉਹ ਰਿਡਿਊਸ ਹੋ ਜੂਗੀ। ਨੈਕਸਟ ਬੇਟਾ ਬਾਈ ਲੁਬਰੀਕੇਸ਼ਨ। ਹੁਣ ਤੁਸੀਂ ਜਨਰਲੀ ਦੇਖੋਗੇ ਬੇਟੇ ਕੋਈ ਵੀ ਗੇਟ ਵਗੈਰਾ ਨੇ ਸਾਡੇ ਉਹ ਥੋੜ੍ਹੇ ਟਾਈਟਲੀ ਬੰਦ ਹੋਣਾ ਸ਼ੁਰੂ ਹੋ ਜਾਂਦੇ ਨੇ, ਤਾਂ ਆਪਾਂ ਕੀ ਕਰਦੇ ਹਾਂ ਉਹਨੂੰ ਗਰੀਸਿੰਗ ਕਰ ਦਿੰਦੇ ਹਾਂ, ਆਇਲ ਕਰ ਦਿੰਦੇ ਹਾਂ, ਉਹਦੇ ਨਾਲ ਉਹ ਸਰਫੇਸ ਜਿਹੜਾ ਸਮੂਥ ਹੋ ਜਾਂਦਾ ਅਤੇ ਫ੍ਰਿਕਸ਼ਨ ਦੀ ਵੈਲਿਊ ਘੱਟ ਜਾਂਦੀ ਹੈ। ਥਰਡ ਹੈ ਬਾਈ ਪ੍ਰੋਪਰ ਸਿਲੈਕਸ਼ਨ ਆਫ ਮਟੀਰੀਅਲ। ਬੇਟਾ ਇਹ ਆਪਾਂ ਪਹਿਲਾਂ ਵੀ ਕਰਕੇ ਆਏ ਹਾਂ ਕਿ ਜੋ ਫ੍ਰਿਕਸ਼ਨ ਦੀ ਵੈਲਿਊ ਡਿਪੈਂਡ ਕਰਦੀ ਹੈ ਨੇਚਰ ਆਫ ਮਟੀਰੀਅਲ 'ਤੇ, ਤਾਂ ਇਸ ਕਰਕੇ ਬੇਟੇ ਆਪਾਂ ਮਟੀਰੀਅਲ ਨੂੰ ਸਿਲੈਕਸ਼ਨ ਕਰਨ ਲੱਗੇ ਆਪਾਂ ਬਹੁਤ ਧਿਆਨ ਰੱਖਾਂਗੇ ਕਿ ਇਸ ਕੇਸ ਦੇ ਵਿੱਚ ਇਸ ਸਰਫੇਸ ਦੀ ਵੈਲਿਊ ਘੱਟ ਹੋਵੇ, ਫ੍ਰਿਕਸ਼ਨ ਦੀ ਵੈਲਿਊ ਘੱਟ ਹੋਵੇ। ਫੋਰਥ ਕੀ ਹੈ ਬੇਟੇ, ਬਾਈ ਸਟ੍ਰੀਮ ਲਾਈਨਿੰਗ। ਸਟ੍ਰੀਮ ਲਾਈਨਿੰਗ ਦਾ ਮਤਲਬ ਕੀ ਹੈ ਬੇਟੇ, ਜਿਹੜੀ ਸਾਡੀ ਬੋਡੀ ਦਾ ਸ਼ੇਪ ਹੈ ਉਸ ਨੂੰ ਉਸ ਦੇ ਅਕੋਰਡਿੰਗ ਆਪਾਂ ਬਣਾਵਾਂਗੇ ਕਿ ਉਸ ਕੇਸ ਦੇ ਵਿੱਚ ਜੋ ਫ੍ਰਿਕਸ਼ਨ ਦੀ ਵੈਲਿਊ ਹੈ ਉਹ ਕੀ ਹੋਵੇ ਬੇਟੇ, ਘੱਟ ਹੋਵੇ। ਲਾਈਕ ਬੇਟੇ ਜਿਹੜੇ ਸਾਡੇ ਐਰੋਪਲੇਨਸ ਨੇ ਉਹ ਅੱਗੋਂ ਕੀ ਹੁੰਦੇ ਨੇ ਬੇਟੇ, ਟ੍ਰਾਇੰਗਲ ਮਤਲਬ ਥੋੜ੍ਹੇ ਜਿਹਾ ਤਿੱਖੇ ਟਾਈਪ ਹੁੰਦੇ ਨੇ, ਸ਼ੇਪ ਉਹਨਾਂ ਦੀ ਇਸ ਟਾਈਪ ਹੁੰਦੀ ਹੈ। ਕਿਉਂ ਹੁੰਦੀ ਹੈ ਬੇਟੇ, ਕਿ ਜਦੋਂ ਉਹ ਮੂਵ ਕਰਦੇ ਨੇ ਤਾਂ ਜਿਹੜੀ ਏਅਰ ਦੀ ਰੈਜ਼ਿਸਟੈਂਸ ਹੈ ਉਹਨਾਂ ਦੇ ਘੱਟ ਪੋਰਸ਼ਨ ਦੇ ਉੱਤੇ ਫਾਲ ਕਰੇ ਅਤੇ ਉਸ ਨੂੰ ਕੀ ਹੈ ਬੇਟੇ ਰੈਸਿਸਟ ਨਾ ਕਰੇ, ਉਸ ਨੂੰ ਰੋਕੇ ਨਾ, ਇਸ ਕਰਕੇ ਬੇਟੇ ਸਟ੍ਰੀਮ ਲਾਈਨਿੰਗ ਹੁੰਦੀ ਹੈ ਸ਼ੇਪ। ਤਾਂ ਸ਼ੇਪ ਵੀ ਬੇਟਾ ਇੱਕ ਪ੍ਰੋਪਰ ਹੋਣੀ ਚਾਹੀਦੀ ਹੈ, ਜਿਸ ਕਰਕੇ ਅਸੀਂ ਫ੍ਰਿਕਸ਼ਨ ਦੀ ਵੈਲਿਊ ਨੂੰ ਰਿਡਿਊਸ ਕਰ ਸਕਦੇ ਹਾਂ। ਫੋਰਥ ਕੀ ਹੈ ਫਿਫਥ ਕੀ ਹੈ ਬੇਟੇ, ਬਾਈ ਯੂਜ਼ਿੰਗ ਬਾਲ ਬੀਅਰਿੰਗਸ। ਬੇਟੇ ਤੁਸੀਂ ਆਪਣਾ ਦੇਖਿਆ ਹੋਣਾ ਜਿਹੜੇ ਤੁਹਾਡੇ ਵਹੀਕਲਸ ਨੇ ਉਹਨਾਂ ਦੇ ਵਿੱਚ ਛੋਟੀਆਂ ਛੋਟੀਆਂ ਗੋਲੀਆਂ ਟਾਈਪਸ ਹੁੰਦੀਆਂ ਨੇ ਬੇਟੇ, ਉਸ ਦੇ ਵਿੱਚ ਕੀ ਹੈ, ਉਸ ਦੇ ਵਿੱਚ ਛੋਟੀਆਂ ਛੋਟੀਆਂ ਗੋਲੀਆਂ ਹੁੰਦੀਆਂ ਨੇ ਰਾਜੇ, ਉਸ ਦੇ ਵਿੱਚ ਕੀ ਹੈ, ਉਸ ਦੇ ਨਾਲ ਕੀ ਰੋਲਿੰਗ ਫ੍ਰਿਕਸ਼ਨ ਹੋ ਜਾਂਦਾ ਹੈ, ਤਾਂ ਰੋਲਿੰਗ ਫ੍ਰਿਕਸ਼ਨ ਆਲਵੇਜ਼ ਸਲਾਈਡਿੰਗ ਤੋਂ ਬੇਟੇ ਲੈਸ ਹੁੰਦਾ ਹੈ, ਇਸ ਕਰਕੇ ਬੇਟੇ ਅਸੀਂ ਬਾਲ ਬੀਅਰਿੰਗ ਯੂਜ਼ ਕਰਦੇ ਹਾਂ ਤਾਂ ਜੋ ਜਿਹੜਾ ਸਾਡਾ ਸਲਾਈਡਿੰਗ ਫ੍ਰਿਕਸ਼ਨ ਸੀ ਅਸੀਂ ਉਸ ਨੂੰ ਕਨਵਰਟ ਕਰ ਸਕੀਏ ਰੋਲਿੰਗ ਫ੍ਰਿਕਸ਼ਨ। To reduce rolling friction beta the body and the surfaces on which it rolls are made hard as possible। ਤਾਂ ਬੇਟੇ ਰਿਡਿਊਸ ਕਰਨ ਲਈ ਰੋਲਿੰਗ ਫ੍ਰਿਕਸ਼ਨ ਨੂੰ ਤਾਂ ਸਰਫੇਸ ਹੈ ਜਿਸ ਦੇ ਉੱਤੇ ਉਹ ਰੋਲ ਕਰ ਰਿਹਾ ਉਸ ਨੂੰ ਆਪਾਂ ਹਾਰਡ ਬਣਾ ਲੈਂਦੇ ਹਾਂ। ਫੋਰ ਐਗਜ਼ਾਮਪਲ ਬੇਟਾ ਵੀਲਸ ਔਰ ਰੇਲਵੇ ਟ੍ਰੇਨ ਔਨ ਵਿਚ ਇਟ ਰਨਸ ਆਰ ਮੇਡ ਆਫ ਆਇਰਨ। ਬੇਟੇ ਤੁਸੀਂ ਰੇਲਵੇ ਟਰੈਕਸ ਦੇਖੇ ਹੋਣਗੇ ਉਹ ਆਲਵੇਜ਼ ਤੁਸੀਂ ਦੇਖੋ ਆਇਰਨ ਦੇ ਹੁੰਦੇ ਨੇ, ਤਾਂ ਆਇਰਨ ਕੀ ਹੈ ਬੇਟੇ ਹਾਰਡ ਸਰਫੇਸ ਹੈ, ਇਸ ਕਰਕੇ ਜੇ ਤੁਸੀਂ ਰੋਲਿੰਗ ਫ੍ਰਿਕਸ਼ਨ ਨੂੰ ਰਿਡਿਊਸ ਕਰਨਾ ਹੈ ਤਾਂ ਜੋ ਸਰਫੇਸਿਸ ਆਪਾਂ ਯੂਜ਼ ਕਰ ਰਹੇ ਹਾਂ ਬੇਟਾ ਉਸ ਨੂੰ ਆਪਾਂ ਕੀ ਲਵਾਂਗੇ, ਹਾਰਡ ਲਵਾਂਗੇ। ਤਾਂ ਇਹ ਡਿਫਰੈਂਟ ਵੇਜ਼ ਸੀਗੇ ਬੇਟੇ ਰਿਡਿਊਸ ਕਰਨ ਦੇ। ਤਾਂ ਇਹ ਇੰਪੋਰਟੈਂਟ ਟੌਪਿਕ ਸੀ ਬੇਟੇ, ਧਿਆਨ ਨਾਲ ਕਰ ਲੈਣੇ। ਅੱਜ ਵਾਸਤੇ ਇੰਨਾ ਹੀ।